Good morning, students. In this lecture, we discuss objectives of economic planning. First point is increase in national income and per capita income. In order to increase output and national income, economic planning aims at developing different sectors of the economy like agriculture, industry, service sector, etc. ਆਊਟਪੁੱਟ ਤੇ ਨੈਸ਼ਨਲ ਇਨਕਮ ਨੂੰ ਇਨਕਰੀਜ਼ ਕਰਨ ਦੇ ਲਈ ਜਿਹੜਾ ਇਕਨੋਮਿਕ ਪਲੈਨਿੰਗ ਦਾ ਮੇਨ ਏਮ ਕੀ ਹੁੰਦਾ ਕਿ ਜਿਹੜੇ ਡਿਫਰੈਂਟ ਸੈਕਟਰਸ ਉਹਨਾਂ ਹਰ ਇੱਕ ਸੈਕਟਰਸ ਦੀ ਡਿਵੈਲਪਮੈਂਟ ਹੋਵੇ। ਡਿਫਰੈਂਟ ਸੈਕਟਰਸ ਲਾਈਕ ਜਿਹੜੇ ਹੋ ਕਿ ਐਗਰੀਕਲਚਰ ਸੈਕਟਰ, ਇੰਡਸਟਰੀ ਸੈਕਟਰ ਐਂਡ ਸਰਵਿਸ ਸੈਕਟਰ, ਹਰ ਇੱਕ ਦੀ ਜਿਹੜੀ ਡਿਵੈਲਪਮੈਂਟ ਤੇ ਇਕੱਠੀ ਹੋਵੇ। ਇਸ ਤੋਂ ਇਲਾਵਾ ਇਕਨੋਮਿਕ ਪਲੈਨਿੰਗ ਦਾ ਹੋਰ ਮੇਨ ਏਮ ਕੀ ਆ ਕਿ ਜਿਹੜੀ ਗਰੋਥ ਰੇਟ ਆਫ ਪਾਪੂਲੇਸ਼ਨ ਆ ਉਸਨੂੰ ਸਲੋ ਡਾਊਨ ਕਰਨਾ, ਉਸਨੂੰ ਰਿਡਿਊਸ ਕਰਨਾ ਤਾਂ ਜੋ ਜਿਹੜੀ ਪਰ ਕੈਪੀਟਲ ਇਨਕਮ ਨੂੰ ਇਨਕਰੀਜ਼ ਕੀਤਾ ਜਾ ਸਕੇ। ਬਿਕਾਜ਼ ਜਦੋਂ ਇਨਕਮ ਵਿੱਚ ਇਨਕਰੀਜ਼ ਆਉਂਦਾ ਆ ਉਸ ਦੇ ਨਾਲ ਇਨਵੈਸਟਮੈਂਟ ਵਿੱਚ ਵੀ ਇਨਕਰੀਜ਼ ਆਉਂਦਾ। ਇਨਵੈਸਟਮੈਂਟ ਇਨਕਰੀਜ਼ ਹੋਣ ਦੇ ਨਾਲ ਆਟੋਮੈਟਿਕਲੀ ਪ੍ਰੋਡਕਸ਼ਨ ਇਨਕਰੀਜ਼ ਹੁੰਦੀ ਆ। ਪ੍ਰੋਡਕਸ਼ਨ ਇਨਕਰੀਜ਼ ਹੋਣ ਦੇ ਨਾਲ ਇਨਕਮ ਇਨਕਰੀਜ਼ ਕਰਦੀ ਹੈ, ਜਿਸ ਨਾਲ ਨੈਸ਼ਨਲ ਇਨਕਮ ਵੀ ਇਨਕਰੀਜ਼ ਕਰਦੀ ਆ। ਸੈਕਿੰਡ ਪੁਆਇੰਟ ਇਜ਼ ਰਿਡਕਸ਼ਨ ਇਨ ਇਨਇਕੁਐਲਿਟੀ ਆਫ ਇਨਕਮ। ਹਰ ਇੱਕ ਵੈਲਫੇਅਰ ਇਕੋਨਮੀ ਦਾ ਏਮ ਆ ਕਿ ਆਪਣੀ ਇਕਨੋਮਿਕ ਡਿਸਪੈਰਿਟੀਜ਼ ਨੂੰ ਰਿਡਿਊਸ ਕਰਨਾ ਐਂਡ ਇਕਨੋਮਿਕ ਇਨਇਕੁਐਲਿਟੀ ਦੇ ਕਾਰਨ ਜਿਸ ਨਾਲ ਕਿ ਨਾ ਕਲਾਸ ਸਟਰਗਲ ਵੀ ਰਾਈਜ਼ ਕਰਦਾ ਹੈ, ਵੱਧਦਾ ਆ। ਇਸ ਕਰਕੇ ਜਿਹੜੀ ਇਕਨੋਮਿਕ ਪਲੈਨਿੰਗ ਦਾ ਮੇਨ ਓਬਜੈਕਟਿਵਸ ਕੀ ਆ ਕਿ ਇਕਨੋਮਿਕ ਗਰੋਥ ਤਾਂ ਕਰਨਾ ਹੀ ਕਰਨਾ ਆ, ਇਸ ਦੇ ਨਾਲ ਕੀ ਕਰਨਾ ਆ ਜਿਹੜੀ ਇਕਨੋਮਿਕ ਇਨਇਕੁਐਲਿਟੀ ਆ ਉਸ ਨੂੰ ਰਿਡਿਊਸ ਵੀ ਕਰਨਾ ਆ। ਉਸ ਤੋਂ ਰਿਡਿਊਸ ਕਰਕੇ ਨਾਲ ਇਕਨੋਮਿਕ ਗਰੋਥ ਕਰਨੀ ਆ। ਨੈਕਸਟ ਇਜ਼ ਰਿਡਕਸ਼ਨ ਇਨ ਰੀਜਨਲ ਇਨਇਕੁਐਲਿਟੀ। Regional imbalances are sought to be reduced through economic planning। ਜਿਹੜੀ ਰੀਜਨਲ ਇੰਬੈਲੈਂਸਸ ਆ ਜਾਂ ਇਨਇਕੁਐਲਿਟੀ ਆ ਉਸਨੂੰ ਇਕਨੋਮਿਕ ਪਲੈਨਿੰਗ ਦੇ ਥਰੂ ਹੀ ਸੌਟ ਆਊਟ ਕੀਤਾ ਜਾ ਸਕਦਾ ਆ, ਕਿਉਂਕਿ ਜਿਹੜੇ ਬੈਕਵਰਡ ਏਰੀਆ ਅਤੇ ਜਿਹੜੇ ਅੰਡਰ ਡਿਵੈਲਪਡ ਰੀਜਨਸ ਆ ਕੰਟਰੀ ਦੇ ਉਹਨਾਂ ਦੇ ਵੱਲ ਜਿਹੜੇ ਗਵਰਨਮੈਂਟ ਨੂੰ ਸਪੈਸ਼ਲ ਅਟੈਂਸ਼ਨ ਦੇਣੀ ਚਾਹੀਦੀ ਆ। ਉਹਨਾਂ ਨੂੰ ਸਪੈਸ਼ਲ ਲਾਈਕ ਜਿਹੜੀਆਂ ਇੰਡਸਟਰੀ ਸੈਕਟਰ ਆ ਐਂਡ ਐਗਰੀਕਲਚਰ ਸੈਕਟਰ ਜਿਹੜੇ ਕਿ ਅੰਡਰ ਡਿਵੈਲਪਡ ਏਰੀਆ ਦੇ ਵਿੱਚ ਸਟਾਰਟ ਕਰਦੇ ਆ, ਠੀਕ ਹੈ, ਉੱਥੇ ਪ੍ਰੋਡਕਸ਼ਨ ਕਰਨਾ ਜਾਂ ਇੰਡਸਟਰੀ ਸੈਟਅਪਸ ਕਰਦੇ ਆ। ਗਵਰਨਮੈਂਟ ਨੂੰ ਉਹਨਾਂ ਨੂੰ ਸਪੈਸ਼ਲ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਇਨਕਰੇਜ ਕਰਨ ਦੇ ਲਈ, ਤਾਂ ਜੋ ਬੈਕਵਰਡ ਏਰੀਆ ਜਿਹੜੇ ਰੀਜਨਲ ਇਨਇਕੁਐਲਿਟੀਜ਼ ਆ ਉਸਨੂੰ ਰਿਡਿਊਸ ਕੀਤਾ ਜਾ ਸਕੇ ਐਂਡ ਹਰ ਇੱਕ ਸੈਕਟਰ ਨੂੰ ਇਕੁਅਲੀ ਡਿਵੈਲਪ ਕੀਤਾ ਜਾ ਸਕੇ। ਨੈਕਸਟ ਇਜ਼ ਪ੍ਰਾਈਸ ਸਟੇਬਿਲਿਟੀ। ਪ੍ਰਾਈਸ ਸਟੇਬਿਲਿਟੀ ਮੀਨਸ ਕਿ ਪ੍ਰਾਈਸ ਦੇ ਵਿੱਚ ਜਿਹੜੀ ਫਲਕਚੁਏਸ਼ਨਸ ਆ ਉਸਨੂੰ ਕੰਟਰੋਲ ਕਰਨਾ ਤਾਂ ਕਿ ਸਟੇਬਲ ਪ੍ਰਾਈਸ ਰਹੇ। ਐਂਡ ਪਲੈਨਿੰਗਸ ਦਾ ਏਮ ਹੁੰਦਾ ਆ ਜਦੋਂ ਇਕਨੋਮਿਕ ਪਲੈਨਿੰਗ ਬਣਾਈ ਜਾਂਦੀ ਆ ਕਿ ਜਿਹੜੇ ਪ੍ਰਾਈਸ ਨੂੰ ਸਟੇਬਲ ਰੱਖਿਆ ਜਾਵੇ ਐਂਡ ਅਟੈਂਪਟਸ ਆਰ ਮੇਡ ਟੂ ਪ੍ਰੀਵੈਂਟ ਵਾਇਲੈਂਟ ਚੇਂਜ ਇਨ ਪ੍ਰਾਈਸ ਐਂਡ ਪ੍ਰੋਟੈਕਟ ਦ ਇਕੋਨਮੀ ਫਰੋਮ ਇਨਫਲੇਸ਼ਨ ਐਂਡ ਡਿਫਲੇਸ਼ਨਸ। ਕਿ ਉਸ ਦੇ ਵਿੱਚ ਬਹੁਤ ਸਾਰੇ ਮੇਜਰਸ ਜਾਂ ਮੈਥਡਸ ਅਡੋਪਟ ਕੀਤੇ ਜਾਂਦੇ ਆ ਕਿ ਜਿਹੜੇ ਪ੍ਰਾਈਸ ਦੇ ਵਿੱਚ ਜਿਹੜੇ ਵਾਇਲੈਂਟ ਅਚਾਨਕ ਬਹੁਤ ਜ਼ਿਆਦਾ ਚੇਂਜਸ ਆਉਂਦੇ ਆ ਉਸਨੂੰ ਕੰਟਰੋਲ ਕੀਤਾ ਜਾ ਸਕੇ ਐਂਡ ਇਕੋਨਮੀ ਦੇ ਵਿੱਚ ਜਿਹੜੀ ਇਨਫਲੇਸ਼ਨ ਅਤੇ ਡਿਫਲੇਸ਼ਨ ਨੂੰ ਇਕੋਨਮੀ ਨੂੰ ਉਸ ਤੋਂ ਪ੍ਰੋਟੈਕਟ ਕੀਤਾ ਜਾ ਸਕੇ। ਨੈਕਸਟ ਇਜ਼ ਇਕਨੋਮਿਕ ਡਿਵੈਲਪਮੈਂਟ। ਮੇਨ objective of economic planning is in underdeveloped economies is to achieve all around development of the economy by removing obstacles in the way of economic development। ਕਿ ਅੰਡਰ ਡਿਵੈਲਪ ਇਕੋਨਮੀਜ਼ ਦੇ ਵਿੱਚ ਜਿਹੜੀ ਇਕਨੋਮਿਕ ਪਲੈਨਿੰਗ ਦਾ ਮੇਨ ਓਬਜੈਕਟਿਵ ਕੀ ਆ ਕਿ ਜਿਹੜੇ ਹਰ ਇੱਕ ਸੈਕਟਰ ਦੇ ਵਿੱਚ ਡਿਵੈਲਪਮੈਂਟ ਨੂੰ ਅਚੀਵ ਕਰਨਾ, ਕਿ ਜਿਹੜੇ ਇਕਨੋਮਿਕ ਡਿਵੈਲਪਮੈਂਟ ਦੇ ਰਾਸਤੇ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆ ਜਾਂ obstacles ਆ ਉਹਨਾਂ ਨੂੰ ਰਿਮੂਵ ਕਰਕੇ ਹਰ ਇੱਕ ਸੈਕਟਰ ਦੀ ਇਕੱਠੀ ਗਰੋਥ ਨੂੰ ਅਚੀਵ ਕਰਨਾ। ਐਂਡ ਇਕਨੋਮਿਕ ਡਿਵੈਲਪਮੈਂਟ can be promoted by making balanced growth in all the sector of economy। ਇਕਨੋਮਿਕ ਡਿਵੈਲਪਮੈਂਟ ਤਾਂ ਹੀ ਹੋਏਗੀ ਜਦੋਂ ਇਕੋਨਮੀ ਦੇ ਹਰ ਇੱਕ ਸੈਕਟਰ ਲਾਈਕ ਐਗਰੀਕਲਚਰ, ਇੰਡਸਟਰੀ ਐਂਡ ਸਰਵਿਸ ਸੈਕਟਰ, ਹਰ ਇੱਕ ਸੈਕਟਰ ਦੀ ਅਗਰ ਗਰੋਥ ਜ਼ਿਆਦਾ ਹੋਏਗੀ ਤਾਂ ਹੀ ਇਕਨੋਮਿਕ ਡਿਵੈਲਪਮੈਂਟ ਵੀ ਪ੍ਰਮੋਟ ਹੋਏਗੀ। ਕਿਉਂਕਿ ਜਦੋਂ ਜਿੰਨੀ ਜ਼ਿਆਦਾ ਇਕਨੋਮਿਕ ਡਿਵੈਲਪਮੈਂਟ ਹੋਏਗੀ ਉਨਾ ਹੀ ਜ਼ਿਆਦਾ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਇਕੋਨਮੀ ਦੇ ਵਿੱਚ ਪ੍ਰਮੋਟ ਹੋਏਗਾ ਅਤੇ ਉਨਾ ਹੀ ਉਹਨਾਂ ਦਾ ਜਿਹੜੀ ਇਨਕਮ ਵਧੀਆ ਹੋਏਗੀ ਤਾਂ ਸਟੈਂਡਰਡ ਆਫ ਲਿਵਿੰਗ ਆਟੋਮੈਟਿਕਲੀ ਵਧੀਆ ਹੋਏਗਾ। ਨੈਕਸਟ ਇਜ਼ ਇਨਕਰੀਜ਼ ਇਨ ਐਮਪਲੋਇਮੈਂਟ। ਇਕਨੋਮਿਕ ਪਲੈਨਿੰਗ ਦਾ ਇੱਕ ਮੇਨ ਏਮ ਕੀ ਆ ਕਿ ਜਿਹੜੀਆਂ ਐਮਪਲੋਇਮੈਂਟ ਓਪਰਚੁਨਿਟੀਜ਼ ਆ ਉਹਨਾਂ ਨੂੰ ਇਨਕਰੀਜ਼ ਕਰਨਾ
Every plan seeks to provide employment to maximum number of people। ਹਰ ਇੱਕ ਪਲਾਨ ਦੇ ਵਿੱਚ ਬਹੁਤ ਸਾਰੀਆਂ ਪੋਲਿਸੀਜ਼ ਬਣਾਈ ਜਾਂਦੀਆਂ ਜਿਸ ਦੇ ਨਾਲ ਕਿ ਮੈਕਸੀਮਮ ਨੰਬਰ ਆਫ ਪੀਪਲਸ ਨੂੰ ਐਮਪਲੋਇਮੈਂਟ ਓਪਰਚੁਨਿਟੀ ਪ੍ਰੋਵਾਈਡ ਕੀਤੀ ਜਾ ਸਕੇ। ਨਾਓ 7th ਪੁਆਇੰਟ ਇਜ਼ full utilizations of available resources। One of the main objectives of economic planning is full utilization of country's natural resources। ਇਕਨੋਮਿਕ ਪਲੈਨਿੰਗ ਦਾ ਇੱਕ ਮੇਨ ਓਬਜੈਕਟਿਵ ਕੀ ਆ ਕਿ ਜਿਹੜੇ ਕੰਟਰੀ ਦੇ ਨੈਚੁਰਲ ਰਿਸੋਰਸ ਆ ਉਹਨਾਂ ਦਾ ਪ੍ਰੋਪਰਲੀ ਫੁੱਲੀ ਯੂਟੀਲਾਈਜੇਸ਼ਨ ਹੋਵੇ, ਪ੍ਰੋਪਰਲੀ ਯੂਜ਼ ਹੋਵੇ, ਕਿਉਂਕਿ ਹਰ ਇੱਕ ਕੰਟਰੀਜ਼ ਦੇ ਕੋਲ ਬਹੁਤ ਸਾਰੇ ਲਾਰਜ ਨੰਬਰਸ ਦੇ ਵਿੱਚ ਨੈਚੁਰਲ ਰਿਸੋਰਸਿਸ ਹੁੰਦੇ ਆ, ਠੀਕ ਆ। ਐਂਡ ਇਹਨਾਂ ਨੂੰ ਫੁੱਲੀ ਯੂਟੀਲਾਈਜ਼ ਕਰਨ ਦੇ ਲਈ ਲਾਰਜ ਫਾਈਨੈਂਸ਼ੀਅਲ ਅਤੇ ਹਿਊਮਨ ਰਿਸੋਰਸਿਸ ਦੀ ਰਿਕੁਆਇਰਮੈਂਟ ਹੁੰਦੀ ਆ। ਐਂਡ ਇਹਨਾਂ ਅਵੇਲੇਬਲ ਰਿਸੋਰਸ ਨੂੰ ਪ੍ਰੋਪਰਲੀ ਯੂਜ਼ ਕਰਨ ਦੇ ਲਈ ਗਵਰਨਮੈਂਟ ਦੇ ਜਿਹੜੀ ਇਕਨੋਮਿਕ ਪਲੈਨਿੰਗ ਦੇ ਥਰੂ ਹੀ ਜਿਹੜੀ ਗਵਰਨਮੈਂਟ ਬਣਾਉਂਦੀ ਆ ਇਹਨਾਂ ਨੂੰ ਪ੍ਰੋਪਰਲੀ ਯੂਜ਼ ਕੀਤਾ ਜਾ ਸਕਦਾ ਆ। ਨਾਓ ਨੈਕਸਟ ਪੁਆਇੰਟ ਇਜ਼ ਸੈਲਫ ਸਫੀਸ਼ੀਐਂਸੀ। Almost all countries of the world are interdependent। that means ਕਿ ਕੰਟਰੀ ਵਰਲਡ ਦੀਆਂ ਜਿਹੜੀਆਂ ਜ਼ਿਆਦਾਤਰ ਕੰਟਰੀਜ਼ ਆ ਵਰਲਡ ਦੀਆਂ ਉਹ ਆਲਮੋਸਟ ਸਾਰੀਆਂ ਇੱਕ ਦੂਸਰੇ ਦੇ ਉੱਪਰ ਇੰਟਰਡਿਪੈਂਡੈਂਟ ਆ। ਬਟ ਜ਼ਿਆਦਾਤਰ ਅਗਰ ਕਿਸੇ ਕੰਟਰੀ ਦੇ ਉੱਪਰ ਕਿਸੇ ਦੂਸਰੀ ਕੰਟਰੀ ਦੇ ਉੱਪਰ ਬਹੁਤ ਜ਼ਿਆਦਾ ਡਿਪੈਂਡੈਂਟ ਹੋ ਜਾਂਦੀ ਆ ਦੈਨ ਇਹ ਉਹਦੇ ਦੇ ਲਈ ਇਕਨੋਮਿਕ ਡਿਵੈਲਪਮੈਂਟ ਦੇ ਲਈ ਉਹਦੇ ਲਈ ਇੱਕ ਵਧੀਆ ਸਾਈਨ ਨਹੀਂ ਹੈਗਾ। ਹੈਂਸ ਇਸ ਲਈ ਇਕਨੋਮਿਕ ਪਲੈਨਿੰਗ ਦਾ ਇੱਕ ਮੇਨ ਓਬਜੈਕਟਿਵ ਕੀ ਆ ਕਿ ਸੈਲਫ ਸਫੀਸ਼ੀਐਂਸੀ ਨੂੰ ਅਟੇਨ ਕਰਨਾ, ਪ੍ਰਾਪਤ ਕਰਨਾ। ਟੂ ਦੈਟ ਐਂਡ ਇਸ ਲਈ ਕੀ ਆ ਕਿ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ ਚਾਹੀਦਾ ਤਾਂ ਜੋ ਕੰਟਰੀ ਦੇ ਵਿੱਚ ਜਿਹੜੇ ਪੋਪੂਲੇਸ਼ਨ ਆ ਉਹਨਾਂ ਦੀ ਨੀਡਸ ਨੂੰ ਪੂਰਾ ਕੀਤਾ ਜਾ ਸਕੇ। ਇਸ ਲਈ ਇਕਨੋਮਿਕ ਪਲੈਨਿੰਗ ਦਾ ਇੱਕ ਮੇਨ ਹੈ ਕੀ ਆ ਕਿ ਸੈਲਫ ਸਫੀਸ਼ੀਐਂਸੀ ਨੂੰ ਅਚੀਵ ਕਰਨਾ ਤਾਂ ਜੋ ਕਿਸੇ ਹੋਰ ਕੰਟਰੀਜ਼ ਦੀ ਇੰਟਰਨਲ ਮਤਲਬ ਕਿ ਜੋ ਵੀ ਪ੍ਰੋਬਲਮਸ ਆ ਐਂਡ ਇੰਟਰਨਲਸ ਮਾਮਲਿਆਂ ਦੇ ਵਿੱਚ ਕਿਸੇ ਬਾਹਰਲੀ ਕੰਟਰੀ ਦੇ ਇੰਟਰਫੇਅਰੈਂਸ ਨਾ ਹੋ ਸਕੇ। Next is reconstruction of economy। And another significant objectives of economic planning is to reconstruct the economy। economic planning ਦਾ ਇੱਕ ਹੋਰ important objective ਕੀ ਆ ਕਿ economy ਦਾ reconstruct ਕਰਨਾ ਜਿਹੜੀ ਕਿ disrupted ਹੋਈ ਆ by natural calamities, war ਦੇ ਕਾਰਨ, ਠੀਕ ਆ। ਐਂਡ ਇਸ ਤੋਂ ਇਲਾਵਾ ਜਿਹੜੀ economy ਵਿੱਚ disrupted ਹੁੰਦੀ ਆ by cyclical fluctuations ਦੇ ਕਾਰਨ। ਇਸ ਲਈ ਇਕਨੋਮਿਕ ਪਲੈਨਿੰਗ ਦਾ ਇੱਕ ਮੇਨ ਓਬਜੈਕਟਿਵ ਇਹ ਵੀ ਆ ਕਿ ਇਕੋਨਮੀ ਨੂੰ ਰੀਕਨਸਟਰਕਟ ਕਰਨਾ। ਨੈਕਸਟ ਇਜ਼ ਸੋਸ਼ਲ ਸਿਕਿਉਰਿਟੀ। ਇਨ ਕੈਪੀਟਲਿਸਟ ਕੰਟਰੀਜ਼ ਫਿਊ ਪੀਪਲ ਆਰ ਲੇਕਿੰਗ ਸੋਸ਼ਲ ਸਿਕਿਉਰਿਟੀਜ਼ ਐਂਡ ਦੇ ਲਿਵ ਅੰਡਰ ਦੀ ਪਰਪੇਚੁਅਲ ਫੀਅਰ ਆਫ ਅਨਐਮਪਲੋਇਮੈਂਟ, ਪਾਵਰਟੀ ਐਕਸੈਟਰਾ। ਦੈਟ ਮੀਨਸ ਕਿ ਜ਼ਿਆਦਾਤਰ ਜਿਹੜੇ ਪੂਅਰ ਪੀਪਲ ਆ ਉਹ ਅਨਐਮਪਲੋਇਮੈਂਟ ਅਤੇ ਪਾਵਰਟੀ ਦੀ ਕੰਡੀਸ਼ਨਸ ਵਿੱਚ ਹੀ ਰਹਿੰਦੇ ਆ। ਐਂਡ ਜਿਹੜੀ ਰਿਚ ਕਲਾਸ ਹੁੰਦੀ ਆ, ਹਾਈ ਕਲਾਸ ਸੋਸਾਇਟੀ ਹੁੰਦੀ ਆ, ਉਹ ਕੀ ਆ ਜਿਹੜੀ ਪੂਅਰ ਕਲਾਸ ਪੀਪਲ ਦੀ ਐਕਸਪਲੋਇਟ ਕਰਦੀ, ਉਹਨਾਂ ਦਾ ਸ਼ੋਸ਼ਣ ਕਰਦੀ ਆ। ਇਸ ਕਰਕੇ ਇੱਕ ਇਕਨੋਮਿਕ ਪਲੈਨਿੰਗ ਦਾ ਇੱਕ ਮੇਨ ਓਬਜੈਕਟਿਵ ਕੀ ਆ ਕਿ ਇਹਨਾਂ ਪੂਅਰ ਪੀਪਲਸ ਨੂੰ ਸੋਸ਼ਲ ਸਿਕਿਉਰਿਟੀ ਪ੍ਰੋਵਾਈਡ ਕਰਨਾ ਤਾਂ ਜੋ ਜਿਹੜੀ ਰਿਚ ਕਲਾਸ ਉਹਨਾਂ ਦਾ ਐਕਸਪਲੋਇਟ ਕਰਦੀ ਆ ਉਹਨਾਂ ਨੂੰ ਸੇਵ ਕੀਤਾ ਜਾ ਸਕੇ। To achieve this objective, social security and social assistance programs are introduced। Next point is increase in capital formation। ਇਕਨੋਮਿਕ ਪਲੈਨਿੰਗ ਦਾ ਇੱਕ ਮੇਨ ਓਬਜੈਕਟਿਵ ਹੋਰ ਕੀ ਆ ਕਿ ਕੈਪੀਟਲ ਫੋਰਮੇਸ਼ਨ ਦੀ ਜਿਹੜੀ ਰੇਟ ਆ ਉਸਨੂੰ ਇਨਕਰੀਜ਼ ਕਰਨਾ ਬਾਏ ਪ੍ਰਮੋਟਿੰਗ ਸੇਵਿੰਗ ਐਂਡ ਇਨਵੈਸਟਮੈਂਟ ਇਨ ਦ ਇਕੋਨਮੀ। ਕਿ ਇਕੋਨਮੀ ਦੇ ਵਿੱਚ ਸੇਵਿੰਗ ਅਤੇ ਇਨਵੈਸਟਮੈਂਟ ਨੂੰ ਪ੍ਰਮੋਟ ਕਰਕੇ ਕੈਪੀਟਲ ਫੋਰਮੇਸ਼ਨ ਦੀ ਰੇਟ ਨੂੰ ਇਨਕਰੀਜ਼ ਕਰਨਾ। ਕਿਉਂਕਿ ਜਦੋਂ ਕੈਪੀਟਲ ਫੋਰਮੇਸ਼ਨ ਜ਼ਿਆਦਾ ਹੋਏਗੀ ਉਸ ਦੇ ਨਾਲ ਜਿਹੜੀ ਇਕਨੋਮਿਕ ਗਰੋਥ ਵੀ ਜ਼ਿਆਦਾ ਹੋਏਗੀ ਇਕੋਨਮੀ ਦੇ ਨਾਲ। ਇਕੋਨਮੀ ਵਿੱਚ ਜਦੋਂ ਇਕਨੋਮਿਕ ਗਰੋਥ ਹੋਏਗੀ ਦੈਨ ਆਟੋਮੈਟਿਕਲੀ ਹੌਲੀ ਹੌਲੀ ਪ੍ਰੋਡਕਸ਼ਨ ਵਧੇਗਾ। ਪ੍ਰੋਡਕਸ਼ਨ ਇਨਕਰੀਜ਼ ਹੋਣ ਕਾਰਨ ਲੋਕਾਂ ਨੂੰ ਇੰਪਲੋਇਮੈਂਟ ਓਪਰਚੁਨਿਟੀ ਜ਼ਿਆਦਾ ਅਵੇਲੇਬਲ ਹੋਣਗੀਆਂ। ਜਦੋਂ ਇੰਪਲੋਇਮੈਂਟ ਓਪਰਚੁਨਿਟੀ ਹੋਏਗੀ ਲੋਕਾਂ ਦੀ ਇਨਕਮ ਵੀ ਵਧੇਗੀ। ਇਨਕਮ ਵਧਣ ਦੇ ਨਾਲ ਕੀ ਹੋਏਗਾ ਲੋਕਾਂ ਦੀ ਅਗੇਨ ਸੇਵਿੰਗ ਇਨਕਰੀਜ਼ ਹੋਏਗੀ। ਸੇਵਿੰਗ ਨਾਲ ਇਨਵੈਸਟਮੈਂਟ ਇਨਕਰੀਜ਼ ਹੋਏਗੀ। ਇਨਵੈਸਟਮੈਂਟ ਨਾਲ ਅਗੇਨ ਕੈਪੀਟਲ ਫੋਰਮੇਸ਼ਨ ਇਨਕਰੀਜ਼ ਹੋਏਗਾ ਜਿਸ ਦੇ ਨਾਲ ਇਕਨੋਮਿਕ ਡਿਵੈਲਪਮੈਂਟ ਹੋਰ ਜ਼ਿਆਦਾ ਹੋਏਗਾ। ਨੈਕਸਟ ਇਜ਼ ਡਿਵੈਲਪਮੈਂਟ ਆਫ ਇਨਫਰਾਸਟਰਕਚਰ। ਇਨਫਰਾਸਟਰਕਚਰ ਇੱਕ ਬੇਸਿਕ ਰਿਕੁਆਇਰਮੈਂਟ ਆ ਫॉर ਇਕਨੋਮਿਕ ਡਿਵੈਲਪਮੈਂਟ ਦੇ ਲਈ। ਇਸ ਲਈ ਇਕਨੋਮਿਕ ਪਲੈਨਿੰਗ ਦਾ ਇੱਕ ਮੇਨ ਓਬਜੈਕਟਿਵ ਕੀ ਆ ਕਿ ਇਨਫਰਾਸਟਰਕਚਰ ਨੂੰ ਡਿਵੈਲਪਡ ਕਰਨਾ। ਫॉर ਐਗਜ਼ਾਮਪਲ ਪਾਵਰ ਜਨਰੇਸ਼ਨਸ, oil explorations, development of roads, railways,
ਏਅਰ ਟਰਾਂਸਪੋਰਟਸ ਐਂਡ ਪੋਰਟਸ ਐਕਸੈਕਟਰਾ ਇਹਨਾਂ ਇਨਫਰਾਸਟਰਕਚਰ ਦੇ ਡਿਵੈਲਪਮੈਂਟ ਦੇ ਕਾਰਨ ਹੀ ਇਕਨੋਮਿਕ ਡਿਵੈਲਪਮੈਂਟ ਪੋਸੀਬਲ ਆ। ਨੈਕਸਟ ਇਜ਼ ਮੋਡਰਨਾਈਜੇਸ਼ਨ ਆਫ ਵੇਰੀਅਸ ਇਕਨੋਮਿਕ ਸੈਕਟਰਸ। Modernization of various sectors, especially modernization of agriculture and industries, has been an important objectives of 5-year plans। कि 5-year plans ਦੇ ਵਿੱਚ ਜਿਹੜਾ ਮੇਨ ਇੰਪੋਰਟੈਂਟ ਓਬਜੈਕਟਿਵ ਕੀ ਆ ਕਿ ਜਿਹੜੇ ਐਗਰੀਕਲਚਰ ਅਤੇ ਇੰਡਸਟਰੀ ਸੈਕਟਰ ਨੂੰ ਉਹਨਾਂ ਨੂੰ ਮੋਡਰਨਾਈਜ਼ ਕਰਨਾ। ਫੋਰ ਮੋਡਰਨਾਈਜੇਸ਼ਨ ਆਫ ਐਗਰੀਕਲਚਰ ਕਿ ਐਗਰੀਕਲਚਰ ਦੇ ਮੋਡਰਨਾਈਜੇਸ਼ਨ ਦੇ ਲਈ ਗ੍ਰੀਨ ਰੈਵੋਲਿਊਸ਼ਨ ਪ੍ਰੋਗਰਾਮ ਨੂੰ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ ਸਿਮਿਲਰਲੀ ਇੰਡਸਟਰੀ ਸੈਕਟਰ ਦੇ ਵਿੱਚ ਮੋਡਰਨ ਅਤੇ ਕੈਪੀਟਲ ਇੰਟੈਂਸਿਵ ਟੈਕਨੋਲੋਜੀ ਨੂੰ ਯੂਜ਼ ਕਰਨ ਦੇ ਲਈ ਇੰਡੀਅਨ ਪਲੈਨਿੰਗ ਦੇ ਵਿੱਚ ਜ਼ਿਆਦਾ ਐਮਫੇਸਿਸ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਨਾਓ ਲਾਸਟ ਪੁਆਇੰਟ ਇਜ਼ ਐਲੀਵੇਸ਼ਨ ਆਫ ਪਾਵਰਟੀ। ਇੰਡੀਆ ਦੇ ਵਿੱਚ ਜਿਹੜੀ ਜ਼ਿਆਦਾਤਰ ਪਾਪੂਲੇਸ਼ਨ ਆ ਉਹ ਪਾਵਰਟੀ ਲਾਈਨ ਦੇ ਬਿਲੋ ਜਿਹੜੀ ਪਾਵਰਟੀ ਲਾਈਨ ਦੇ ਰਹਿੰਦੀ ਆ, ਠੀਕ ਹੈ। ਐਂਡ ਇਸ ਕਰਕੇ ਇਕਨੋਮਿਕ ਪਲੈਨਿੰਗ ਦਾ ਇੱਕ ਮੇਨ ਓਬਜੈਕਟਿਵ ਕੀ ਆ ਕਿ ਪਾਵਰਟੀ ਨੂੰ ਰਿਮੂਵ ਕਰਨਾ ਇੰਡੀਆ ਦੇ ਵਿੱਚੋਂ। ਬਿਕੋਜ਼ ਜਦੋਂ ਤੱਕ ਪਾਵਰਟੀ ਰਹੇਗੀ, ਪੀਪਲ ਬਿਲੋ ਪਾਵਰਟੀ ਲਾਈਨ ਦੇ ਨੀਚੇ ਜ਼ਿਆਦਾ ਰਹਿਣਗੇ, ਉਹਨਾਂ ਦੀ ਇਨਕਮ ਵੀ ਘੱਟ ਹੋਏਗੀ, ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਵੀ ਘੱਟ ਹੋਏਗਾ, ਠੀਕ ਹੈ। ਇਸ ਕਰਕੇ ਇਕਨੋਮਿਕ ਪਲੈਨਿੰਗ ਦਾ ਇੱਕ ਮੇਨ ਓਬਜੈਕਟਿਵ ਕੀ ਆ ਕਿ ਪਾਵਰਟੀ ਨੂੰ ਰਿਮੂਵ ਕਰਨਾ ਅਤੇ ਉਹਨਾਂ ਨੂੰ ਇੰਪਲੋਇਮੈਂਟ ਓਪਰਚੁਨਿਟੀਜ਼ ਪ੍ਰੋਵਾਈਡ ਕਰਨੀਆਂ। ਜਦੋਂ ਇੰਪਲੋਇਮੈਂਟ ਓਪਰਚੁਨਿਟੀਜ਼ ਉਹਨਾਂ ਨੂੰ ਮਿਲਣਗੀਆਂ ਦੈਨ ਆਟੋਮੈਟਿਕਲੀ ਲੋਕਾਂ ਦੀ ਇਨਕਮ ਇਨਕਰੀਜ਼ ਹੋਏਗੀ, ਠੀਕ ਹੈ। ਇਨਕਮ ਇਨਕਰੀਜ਼ ਹੋਣ ਦੇ ਨਾਲ ਉਹਨਾਂ ਦੀ ਕੀ ਹੋਏਗੀ, ਸਟੈਂਡਰਡ ਆਫ ਲਿਵਿੰਗ ਵੀ ਵਧੀਆ ਹੋਏਗਾ, ਉਸ ਨਾਲ ਪਾਵਰਟੀ ਵੀ ਰਿਮੂਵ ਹੋਏਗੀ। ਐਂਡ ਉਸ ਨਾਲ ਅਗਰ ਪਾਵਰਟੀ ਘੱਟ ਹੋਏਗੀ ਉਸ ਨਾਲ ਇਕਨੋਮਿਕ ਡਿਵੈਲਪਮੈਂਟ ਵੀ ਜ਼ਿਆਦਾ ਵਧੀਆ ਹੋਏਗਾ ਇਕੋਨਮੀ ਦਾ।